ਸਾਹਿਬ ਜੀਓ तीन सिंह अर दोई पठान कहियो बाक श्री गुर भगवान तीन सिंह अर दोई पठान कहियो बाक श्री गुर भगवान। सतनाम श्री वाहेगुरु जी। बंदना को लेती बंदता को देत जन, प्रीत लेत देत है प्रतीत सुख सेत है। पाओ और लेते बड़ो पर पाओ देते आप, निर्गुण पद देत गुण देख लेत है। थोड़ी जई भेट लेत जम की भेट देत, सतगुर नानक जी कर नानकेत है। हंता लेत दासन की अंग ब्रह्म देत और, मान लेत चरण में मुकत को देत है। एकांकारा सतगुरु ते प्रसाद सच होई, वाहेगुरु जी की फतेह विघ्न विनाशन सोई। वाहेगुरु जी की फतेह विघ्न विनाशन सोई। वाहेगुरु जी का खालसा वाहेगुरु जी की फतेह। परम सत्कार जोग गुरु रूप खालसा साध संगत जी, जितने भी भाई भाई नेमी प्रेमी दूरों नेड़े चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਸਰਬੰਸ ਦਾਨੀ ਸਤਿਗੁਰੂ ਜੀ ਪਲੰਗੇ ਦੇ ਉੱਪਰ ਬੈਠ ਕਰਕੇ ਅਨੇਕਾਂ ਹੀ ਥਾਵਾਂ ਨੂੰ ਭਾਗ ਲਗਾਉਂਦਿਆਂ ਹੋਇਆਂ ਲਾਲ ਕਲਾਂ ਇੱਥੇ ਵੀ ਸਤਿਗੁਰੂ ਜੀ ਨੇ ਕੁਝ ਕੁ ਟਾਈਮ ਰਹਿ ਕਰਕੇ ਬਤੀਤ ਕੀਤਾ ਸੀ। 5 ਜਣਿਆਂ ਨੇ ਮਹਾਰਾਜ ਦਾ ਜਿਹੜਾ ਪਲੰਘਾ ਆਪਣੇ ਮੋਢਿਆਂ ਦੇ ਉੱਪਰ ਉਠਾਇਆ ਹੋਇਆ, ਅਗਲੇ ਪਾਸੇ ਦੋਵੇਂ ਭਰਾ ਕਨਿਕਾ ਔਰ ਗਨਵੀਖਾ ਲੱਗੇ ਹੋਏ ਸਨ। ਪਿਛਲੇ ਪਾਸੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੇ ਆਪਣਾ ਮੋਢਾ ਲਗਾਇਆ ਹੋਇਆ ਸੀ। 5 ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਇਹ ਆਪਣੇ ਹੱਥ ਦੇ ਵਿੱਚ ਚੌਰਾਂ ਦਾ ਬਹੁਤ ਵੱਡਾ ਮੁੱਠਾ ਪਕੜ ਕਰਕੇ ਸੀਂ ਦੇ ਉੱਪਰ ਚਲਾ ਰਹੇ ਸਨ। ਰਾਹ ਦੇ ਵਿੱਚ ਜਿਹੜਾ ਵੀ ਮਿਲਦਾ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਤੁਰਕ ਹੈ, ਮੁਗਲ ਮੁਸਲਮਾਨ ਹੈ, ਦੇਖਣ ਸਾਰ ਮਨ ਦੇ ਵਿੱਚ ਬੜੇ ਹੈਰਾਨ ਹੋ ਜਾਂਦੇ ਹਨ। ਦਸ਼ਮੇਸ਼ ਪਿਤਾ ਨੇ ਉੱਚ ਦੇ ਪੀਰ ਦਾ ਜਿਹੜਾ ਸਰੂਪ ਧਾਰਨ ਕੀਤਾ ਹੋਇਆ ਸੀ। ਸਰੀਰ ਦੇ ਉੱਪਰ ਮਹਾਰਾਜ ਨੇ ਨੀਲੇ ਰੰਗ ਦਾ ਜਿਹੜਾ ਚਾਦਰਾ ਲਿਆ ਹੋਇਆ, ਵੱਡੇ ਵੱਡੇ ਰੋਮ ਉਹ ਪਿਛਲੇ ਪਾਸੇ ਸੁੱਟੇ ਹੋਏ ਸਨ। ਜਿਹੜਾ ਵੀ ਦੀਦਾਰ ਕਰਦਾ ਨਾਲ ਦੀ ਨਾਲ ਸਾਰਿਆਂ ਦੇ ਜਿਹੜੇ ਸੇਸ
ਸਤਿਗੁਰੂ ਜੀ ਦੇ ਅੱਗੇ ਝੁਕ ਜਾਂਦੇ ਸਨ। ਕਨੇਜ ਪਿੰਡ ਦੇ ਵਿੱਚ ਜਦੋਂ ਮਹਾਰਾਜ ਨੇ ਪ੍ਰਵੇਸ਼ ਕੀਤਾ, ਜਿਹੜਾ ਸੀ ਇੱਥੋਂ ਦਾ ਫਤਿਹ ਨਾਮ ਦਾ ਚੌਧਰੀ, ਉਹਨੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ, ਗਰੀਬਨ ਨਿਵਾਜ ਸੱਚੇ ਪਾਤਸ਼ਾਹ ਕੋਈ ਮੈਨੂੰ ਸੇਵਾ ਬਖਸ਼ ਦਿਓ। ਸੁਣ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਤੇਰੇ ਘਰ ਦੇ ਵਿੱਚ ਜਿਹੜੀ ਬਹੁਤ ਵੱਡੀ ਸੋਹਣੀ ਨਸਲ ਦੀ ਘੋੜੀ ਬੰਨੀ ਹੋਈ ਹੈ, ਉਹ ਸਾਡੀ ਸਵਾਰੀ ਦੇ ਵਾਸਤੇ ਲੈ ਕਰਕੇ ਆ। ਜਦੋਂ ਪਤਾ ਨੰਬਰਦਾਰ ਆਪਣੇ ਘਰ ਦੇ ਵਿੱਚ ਪਹੁੰਚਿਆ, ਸੋਚਣ ਲੱਗਿਆ ਵੀ ਗੁਰੂ ਜੀ ਦਾ ਕੋਈ ਪਤਾ ਨਹੀਂ, ਇਹ ਮੇਰੀ ਘੋੜੀ ਹੈ ਬਹੁਤ ਮਹਿੰਗੀ, ਪਤਾ ਨਹੀਂ ਮੋੜਨ ਜਾਂ ਨਾ ਮੋੜਨ। ਅੱਗੇ ਵੀ ਸਤਿਗੁਰੂ ਜੀ ਬੜੀ ਦੂਰ ਤੱਕ ਲਿਜਾ ਸਕਦੇ ਹਨ। ਜਦੋਂ ਇਹੋ ਜਿਹਾ ਕਾਪਟ ਛਲ ਫਤਿਹ ਦੇ ਮਨ ਦੇ ਅੰਦਰ ਪੈਦਾ ਹੋ ਗਿਆ, ਇਹਨੇ ਇੱਕ ਛੋਟੀ ਜੀ ਟਾਇਰ ਨਿੱਕੀ ਜਿਹੀ ਘੋੜੀ ਲਿਆ ਕਰਕੇ ਮਹਾਰਾਜ ਦੇ ਅੱਗੇ ਖੜੀ ਕਰ ਦਿੱਤੀ। ਦੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਤਾਂ ਸਾਡੀ ਸਵਾਰੀ ਦੇ ਲਾਇਕ ਨਹੀਂ, ਉਹ ਵੱਡੇ ਕੱਦ ਵਾਲੀ ਘੋੜੀ ਲੈ ਕੇ ਆ, ਜਿਹੜੀ ਤਾਂ ਆਪਣੇ ਘਰ ਦੇ ਵਿੱਚ ਬੰਨੀ ਹੋਈ ਹੈ। ਪਰ ਇਹਨੇ ਉਸ ਸਮੇਂ ਸਰਬੱਗ ਅੰਤਰਜਾਮੀ ਸਤਿਗੁਰਾਂ ਦੇ ਪਾਸ ਝੂਠ ਬਣਾ ਕਰਕੇ ਗੱਲ ਕਹਿਤੀ, ਮਹਾਰਾਜ ਆ ਥੋੜ੍ਹਾ ਟਾਈਮ ਮੇਰਾ ਜਮਾਈ ਆਇਆ ਸੀ, ਉਹ ਘੋੜੀ 'ਤੇ ਚੜ੍ਹ ਕੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਚਲਿਆ ਗਿਆ, ਇਹ ਵੀ ਕੋਈ ਪਤਾ ਨਹੀਂ ਵੀ ਕਿੰਨਾ ਕੁ ਟਾਈਮ ਲਾ ਕਰਕੇ ਉਹ ਵਾਪਸ ਮੁੜੂਗਾ। ਸੁਣ ਕਰਕੇ ਦਸ਼ਮੇਸ਼ ਪਿਤਾ ਕਹਿਣ ਲੱਗੇ ਵੀ ਕਾਹਨੂੰ ਐਵੇਂ ਆਪਣੇ ਵੱਲੋਂ ਬਹਾਨੇ ਲਗਾਉਣ ਲੱਗੇ ਆ, ਇਹ ਤੇਰੀ ਘੋੜੀ ਅਸੀਂ ਪੱਕੇ ਤੌਰ 'ਤੇ ਤਾਂ ਰੱਖਣੀ ਨਹੀਂ, ਥੋੜ੍ਹੀ ਜਿਹੀ ਦੂਰ ਜਾ ਕਰਕੇ ਵਾਪਸ ਕਰ ਦਿਆਂਗੇ। ਫਿਰ ਇਹਨੇ ਆਪਣੇ ਵੱਲੋਂ ਮਹਾਰਾਜ ਦੇ ਅੱਗੇ ਉਸੇ ਤਰ੍ਹਾਂ ਝੂਠ ਬੋਲ ਦਿੱਤਾ ਸੀ। ਸੁਣ ਕਰਕੇ ਸਤਿਗੁਰੂ ਕਹਿਣ ਲੱਗੇ ਵੀ ਚੰਗਾ ਤੇਰੀ ਮਰਜ਼ੀ ਹੈ, ਨਾ ਤੇਰੀ ਘੋੜੀ ਨਾ ਤੂੰ ਫਿਰ ਰਹੇਗਾ। ਉਹ ਸਮੇਂ ਰਾਤ ਦੇ ਟਾਈਮ 'ਤੇ ਇਹਦੇ ਘਰ 'ਚੋਂ ਇੱਕ ਇਹੋ ਜਿਹਾ ਜ਼ਹਿਰੀਲਾ ਨਾਗ ਨਿਕਲਿਆ, ਉਹਨੇ ਘੋੜੀ ਦੇ ਡੰਗ ਮਾਰ ਦਿੱਤਾ ਸੀ। ਇਹ ਵੀ ਪਤਾ ਹਨੇਰੇ 'ਚ ਜਦੋਂ ਆਪਣੀ ਘੋੜੀ ਨੂੰ ਦੇਖਣ ਵਾਸਤੇ ਪਹੁੰਚਿਆ, ਉਸ ਸਮੇਂ ਉਠਾਉਣਾ ਚਾਹੁੰਦਾ ਹੈ, ਪਰ ਜਦੋਂ ਘੋੜੀ ਨਾ ਉੱਠੀ ਤਾਂ ਵਿਚਾਰੀ ਪਹਿਲਾਂ ਹੀ ਮਰੀ ਪਈ ਸੀ। ਪਿਚਕਾਰੀਆਂ ਮਾਰੀਆਂ, ਅੰਧੇਰਾ ਹੋਣ ਦੇ ਕਾਰਨ ਇਹਨੂੰ ਵੀ ਕੋਈ ਪਤਾ ਨਹੀਂ ਲੱਗਿਆ। ਅਚਾਨਕ ਜਦੋਂ ਇਹਦਾ ਪੈਰ ਸੱਪ ਦੇ ਉੱਪਰ ਟਿਕਿਆ, ਉਸ ਵਕਤ ਇਹੋ ਜਿਹਾ ਮਾਰਿਆ ਡੰਗ, ਇਹ ਵੀ ਵਿਚਾਰਾ ਥਾਂ 'ਤੇ ਹੀ ਪੂਰਾ ਹੋ ਗਿਆ ਸੀ। ਸਤਿਗੁਰੂ ਜੀ ਨੇ ਇੱਥੋਂ ਚੱਲ ਕਰਕੇ ਅੱਗੇ, ਜਿੱਥੇ ਅੱਜ ਕੱਲ੍ਹ ਆਲਮਗੀਰ ਸਾਹਿਬ ਬੜਾ ਸੁੰਦਰ ਸਥਾਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਸ਼ਸ਼ੋਭਤ ਹੈ, ਇੱਥੇ ਰਾਹ ਦੇ ਵਿੱਚ ਜਾਂਦਿਆਂ ਭਾਈ ਨਗਾਈਆ ਜੀ ਦੇ ਨਾਲ ਮਿਲਾਪ ਹੋਇਆ। ਇਹਨੇ ਫਿਰ ਬੜੀ ਸ਼ਰਧਾ ਭਾਵਨਾ ਦੇ ਸਹਿਤ ਬਹੁਤ ਸੋਹਣਾ ਸੁੰਦਰ ਘੋੜਾ ਲਿਆ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਭੇਟਾ ਕੀਤਾ ਸੀ। ਇਸ ਜਗ੍ਹਾ ਦੇ ਉੱਪਰ ਕਈ ਜਿਹੜੇ ਸਥਾਨ ਦਸ਼ਮੇਸ਼ ਪਿਤਾ ਦੇ ਹੁਣ ਤੱਕ ਬਣੇ ਹੋਏ ਹਨ। ਇਸ ਥਾਂ 'ਤੇ ਭਾਵੇਂ ਕਵੀ ਜੀ ਨੇ ਇਸ ਹਕੀਕਤ ਦਾ ਆਪਣੇ ਵੱਲੋਂ ਜ਼ਿਕਰ ਤਾਂ ਨਹੀਂ ਕੀਤਾ,
ਕਨੇਜ ਤੋਂ ਸਿੱਧਿਆਈ ਸਤਿਗੁਰੂ ਜੀ ਨੂੰ ਹੈਰ ਪਿੰਡ ਜੋ ਅੱਗੇ ਕਿਰਪਾਲ ਦਾਸ ਮਹੰਤ ਦੇ ਚੇਲੇ ਦਾ ਆਪਣਾ ਡੇਰਾ ਬਣਾਇਆ ਹੋਇਆ ਸੀ। ਉਸ ਥਾਂ ਦੀ ਜਿਹੜੀ ਵਾਰਤਾ ਲਿਖ ਦਿੱਤੀ ਹੈ। ਪਰ ਜੋ ਸਤਿਗੁਰੂ ਜੀ ਦਾ ਪਾਵਨ ਸਥਾਨ ਅੱਜ ਸਾਰੀਆਂ ਸੰਗਤਾਂ ਦੇ ਸਾਹਮਣੇ ਹੀ ਹੈ, ਜਿੱਥੇ ਦੂਰੋਂ ਦੂਰੋਂ ਆ ਕਰਕੇ ਸੰਗਤਾਂ ਹੁਣ ਵੀ ਐਤਵਾਰ ਵਾਲੇ ਦਿਨ ਹਾਜ਼ਰੀਆਂ ਭਰਦੀਆਂ ਹਨ। ਇੱਥੇ ਦਸ਼ਮੇਸ਼ ਪਿਤਾ ਨੇ ਇੱਕ ਛੋਟਾ ਜਿਹਾ ਸੋਮਾ ਵੀ ਤੀਰ ਮਾਰ ਕਰਕੇ ਪ੍ਰਗਟ ਕੀਤਾ। ਕਹਿੰਦੇ ਜਦੋਂ ਭਾਈ ਨਗਾਹੀਏ ਦੇ ਬਾਰੇ ਪਤਾ ਲੱਗਿਆ ਤੁਰਕਾਂ ਮੁਗਲਾਂ ਪਠਾਣਾਂ ਨੂੰ ਵੀ ਇਹਨੇ ਗੁਰੂ ਜੀ ਨੂੰ ਆਪਣੇ ਵੱਲੋਂ ਬਹੁਤ ਮਹਿੰਗਾ ਸੁੰਦਰ ਘੋੜਾ ਪੈਦਾ ਕੀਤਾ। ਇਹਦੇ ਪਰਿਵਾਰ ਨੂੰ ਫਿਰ ਉਹਨਾਂ ਦੁਸ਼ਟਾਂ ਪਾਪੀਆਂ ਨੇ ਕਤਲ ਵੀ ਕਰਵਾ ਦਿੱਤਾ ਸੀ। ਜਿਹੜਾ ਹੈ ਮਾਲਵਾ ਇਤਿਹਾਸ ਉਸ ਦੇ ਵਿੱਚ ਇਸ ਵਾਰਤਾ ਦੇ ਬਾਰੇ ਜ਼ਰੂਰ ਲਿਖਿਆ ਹੋਇਆ ਹੈ ਵੀ ਭਾਈ ਨਗਾਹੀਆ ਜੀ ਇੱਥੋਂ ਭੱਜ ਕਰਕੇ ਆਪਣੇ ਨਾਨਕੇ ਪਿੰਡ ਮੂਲੋਵਾਲ ਚਲੇ ਗਏ ਸਨ। ਪਰ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਿਆ, ਜਾ ਕਰਕੇ ਭਾਈ ਨਗਾਹੀਆ ਜੀ ਨੂੰ ਮਿਲੇ ਸਨ। ਆਲਮਗੀਰ ਇਸ ਥਾਂ 'ਤੇ ਵੀ ਦਸ਼ਮੇਸ਼ ਪਿਤਾ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਸੋ ਅੱਜ ਦੇ ਦਿਨ ਮੇਰੇ ਪੀਰ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 1652 ਬਿਕਰਮੀ ਸੰਮਤ ਜਿੱਥੇ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਹੁਤ ਵੱਡਾ ਅਸਥਾਨ ਗੁਰੂ ਕੀ ਵਡਾਲੀ ਦੇ ਵਿੱਚ ਬਣਿਆ ਹੋਇਆ ਹੈ। ਅੰਮ੍ਰਿਤ ਵੇਲੇ ਮੇਰੇ ਪੀਰ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜੀਵਾਂ ਦੇ ਭਲੇ ਵਾਸਤੇ ਅਵਤਾਰ ਧਾਰਨ ਕੀਤਾ ਸੀ। 5 ਪਿਆਲੇ 5 ਪੀਰ 60 ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੇ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਜਦੋਂ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ, ਜਿਹੜੀ ਦਾਸੀ ਗੁਰੂ ਘਰ ਦੇ ਵਿੱਚ ਰੋਜ਼ਾਨਾ ਇਹ ਮਾਤਾ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਬੜੀ ਸੇਵਾ ਕਰਿਆ ਕਰਦੀ ਸੀ, ਜਦੋਂ ਦੀ ਸਤਿਗੁਰੂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ, ਉਸ ਦਿਨ ਤੋਂ ਹੀ ਬਾਬਾ ਪ੍ਰੀਤੀ ਚੰਦ ਜੋ ਮਹਾਰਾਜ ਦੇ ਵੱਡੇ ਭਰਾਤਾ ਲੱਗਦੇ ਸਨ, ਦੇ ਕਰਕੇ ਤੇਜ ਪ੍ਰਤਾਪ ਇਹਨਾਂ ਤੋਂ ਜਰਿਆ ਨਹੀਂ ਸੀ ਜਾਂਦਾ। ਇਹ ਜਿਹੜੀ ਹਕੀਕਤ ਕਈ ਦਫਾ ਮਾਤਾ ਕਰਮੋ ਜੀ ਵੀ ਦੇ ਕਰਕੇ ਆਪਣੇ ਵੱਲੋਂ ਜ਼ਾਹਰ ਕਰਿਆ ਕਰਦੇ ਸਨ ਵੀ ਇਹ ਤੇਰੀ ਨਲਾਇਕੀ ਦਾ ਇਹ ਕਾਰਨ ਹੈ ਨਾ, ਜੋ ਤੁਹਾਨੂੰ ਇਹ ਗੁਰਤਾ ਗਦੀ ਨਹੀਂ ਪ੍ਰਾਪਤ ਹੋਈ। ਕਰਕੇ ਗੁਰੂ ਕੀ ਸੇਵ ਪਾਵਤੇ ਸੋ ਪਦ ਏਵ ਗੁਰਤਾ ਕੋ ਲੇਵ ਗੁਰਦੇਵ ਜਗ ਹੋਵਤੇ। ਕਹਿੰਦੀ ਵੀ ਜੇ ਤੁਸੀਂ ਆਗਿਆ ਦੇ ਵਿੱਚ ਰਹਿ ਕਰਕੇ ਕਿਤੇ ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਮਹਾਰਾਜ ਦੀ ਕਰਦੇ ਸੇਵਾ ਕਰਕੇ ਗੁਰੂ ਕੀ ਸੇਵ ਪਾਵਤੇ ਸੋ ਪਦੇਵ ਗੁਰਤਾ ਕੋ ਲੇਵ ਗੁਰਦੇਵ ਜਗ
होवते जेठे तुम छूछे रहे, कैठे कर बैठे रहो, ले गयो अनज सोई काटै जो बोवते। भी गुरता गति तो ਹੁਣ ਤੁਹਾਡੇ 100 ਭਰਾ ਨੇ ਪ੍ਰਾਪਤ ਕਰ ਲਈ ਹੈ। ਜਦੋਂ ਕਈ ਦਫਾ ਮਾਤਾ ਕਰਮੋ ਜੀ ਇਹੋ ਜਿਹੇ ਮਿਹਣੇ ਆਪਣੇ ਪਤੀ ਦੇਵ ਨੂੰ ਮਾਰਨ ਲੱਗ ਜਾਂਦੇ ਸਨ। ਕਿਉਂ ਮਨ ਮੈਂ ਚਿੰਤਾ ਕਰੇ, ਸਭੀ ਵਸਤ ਹੈ ਤੋਰ ਤੇ ਕਰ ਸੁਤ ਪ੍ਰਗਟਿਓ ਨੀ, ਸੁਤ ਪ੍ਰਗਟਿਓ ਕਰ ਮੋਰ, ਸੁਤ ਵਿਨ ਦਰਬ ਫਲ ਹੈ, ਸਭੀ ਵਸਤ ਪਹਿਚਾਨ। ਕਹਿ ਲੱਗਿਆ ਵੀ ਦੇਖ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲਾਂ 'ਚ ਅਜੇ ਤੱਕ ਕੋਈ ਗੁਰਤਾ ਗਦੀ ਦਾ ਮਾਲਕ ਨਹੀਂ ਪੈਦਾ ਹੋਇਆ। ਸੁਤ ਵਿਨ ਦਰਬ ਫਲ ਹੈ, ਸਭੀ ਵਸਤ ਪਹਿਚਾਨ। ਵੀ ਜਿਤਨਾ ਚਿਰ ਘਰ ਦੇ ਵਿੱਚ ਪੁੱਤਰ ਨਹੀਂ ਪੈਦਾ ਹੁੰਦਾ, ਆ ਜਿਹੜੀ ਮਾਇਆ ਪ੍ਰਾਪਰਟੀ ਵਡਿਆਈ ਕਿਸ ਕੰਮ ਆਉਣੀ ਹੈ। ਪਰ ਜਦੋਂ ਬਾਬਾ ਪ੍ਰਿਥੀ ਚੰਦ ਦੀ ਦਾਸੀ ਨੇ ਇੱਕ ਦਿਨ ਇਹ ਗੱਲ ਮਾਤਾ ਗੰਗਾ ਜੀ ਦੀ ਦਾਸੀ ਦੇ ਪਾਸ ਕਰਤੀ ਵੀ ਗੁਰੂ ਜੀ ਨੇ ਆਪਣੇ ਵੱਲੋਂ ਉਹ ਜਿਹੇ ਬਚਨ ਕਹਿ ਦਿੱਤੇ ਹਨ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲਾਂ 'ਚ ਕਦੇ ਵੀ ਕੋਈ ਸਾਹਿਬਜ਼ਾਦਾ ਨਹੀਂ ਪੈਦਾ ਹੋਣਾ। ਇਹਨੇ ਅੱਗੇ ਜਾ ਕਰਕੇ ਮਾਤਾ ਜੀ ਦੇ ਪਾਸ ਸਾਰੀ ਗੱਲ ਬਾਤ ਦੱਸੀ ਵੀ ਬਾਬਾ ਪ੍ਰੀਤੀ ਚੰਦ ਇਹੋ ਜਿਹੇ ਬਚਨ ਆਪਣੀ ਰਸਨਾ ਤੋਂ ਕਰਦੇ ਹਨ। ਜਿਵੇਂ ਕਹਿੰਦੇ ਗੰਗਾ ਦਾ ਜਲ ਮੰਨਿਆ ਬੜਾ ਠੰਡਾ ਔਰ ਸੀਤਲ, ਪਰ ਜੇ ਕਿਤੇ ਉਹਨੂੰ ਅੱਗ 'ਤੇ ਰੱਖ ਦਿੱਤਾ ਜਾਏ ਉਹ ਵੀ ਫਿਰ ਉਬਾਲੇ ਮਾਰਨ ਲੱਗ ਜਾਊ। ਮਾਤਾ ਗੰਗਾ ਜੀ ਨੇ ਇੱਕ ਦਿਨ ਦੀਨਾ ਦੁਨੀਆ ਦੇ ਮਾਲਕ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਆਪ ਦੇ ਚਰਨਾਂ 'ਚੋਂ ਬੜੇ ਜਿਹੜੇ ਗੁਰ ਸਿੱਖ ਝੋਲੀਆਂ ਭਰਾ ਕਰਕੇ ਵਾਪਸ ਜਾਂਦੇ ਹਨ। ਮੇਰੀ ਦਾਸੀ ਦੀ ਝੋਲੀ ਦੇ ਵਿੱਚ ਵੀ ਆਪ ਖੈਰ ਪਾਓ। ਸੁਣ ਕਰਕੇ ਬਾਣੀ ਦੇ ਜਹਾਜ਼ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਦੇਖੋ ਇਹ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਅਤੁੱਟ ਖਜ਼ਾਨਾ, ਇਹਨੂੰ ਮੈਂ ਆਪਣੇ ਘਰ ਦੇ ਵਾਸਤੇ ਨਹੀਂ ਵਰਤ ਸਕਦਾ। ਇਹ ਤਾਂ ਸਤਿਗੁਰੂ ਜੀ ਦੀ ਅਮਾਨਤ ਹੈ। ਇਹ ਜਿਹੜਾ ਭੰਡਾਰਾ ਸੰਗਤਾਂ ਦੇ ਲਈ ਵਰਤ ਜ਼ਰੂਰ ਸਕਦੇ ਆ। ਜੇ ਤੁਸੀਂ ਫਿਰ ਗੁਰਤਾ ਗਦੀ ਦਾ ਮਾਲਕ ਪ੍ਰਾਪਤ ਕਰਨਾ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਲੇ ਬਾਬਾ ਬੁੱਢਾ ਜੀ ਬੀੜ ਦੇ ਵਿੱਚ ਰਹਿੰਦੇ ਹਨ। ਜਾ ਕਰਕੇ ਉਹਨਾਂ ਦੀ ਸੇਵਾ ਕਰੋ, ਤੁਹਾਨੂੰ ਫਿਰ ਸਾਹਿਬਜ਼ਾਦੇ ਦੀ ਦਾਤ ਪ੍ਰਾਪਤ ਹੋ ਜਾਣੀ ਹੈ। ਪਹਿਲਾਂ ਤਾਂ ਮਾਤਾ ਗੰਗਾ ਜੀ ਬੜੇ ਸ਼ਾਹੀ ਠਾਠ ਬਾੜ ਦੇ ਸਮੇਤ ਗਏ ਸਨ। ਬਹੁਤ ਸਾਰੀਆਂ ਗੱਡੀਆਂ ਰੱਥ ਵਗੈਰਾ ਤਿਆਰ ਕਰਵਾ ਲਏ, ਜਿਨ੍ਹਾਂ 'ਚ ਬਹੁਤ ਸਾਰਾ ਮਿਸ਼ਟਾਨ ਵੀ ਬਰਤਨਾਂ ਦੇ ਵਿੱਚ ਪਾ ਕਰਕੇ ਰੱਖਿਆ ਹੋਇਆ ਸੀ। ਜਦੋਂ ਚਲਦਿਆਂ ਬਾਬਾ ਬੁੱਢਾ ਜੀ ਦੇ ਪਾਸ ਪਹੁੰਚੇ, ਅਚਾਨਕ ਹੀ ਬਾਬਾ ਬੁੱਢਾ ਜੀ ਨੇ ਆਪਣੀ ਮੌਤ ਦੇ ਵਿੱਚ ਆ ਕਰਕੇ ਬਚਨ ਕਰਤੇ, ਰਾਮਦਾਸਪੁਰ ਪਾਜ਼ਰ ਕਿਨ ਪਾਈ, ਪਾਜੜ ਰੂਪ ਬਣਾਏ ਕੈ ਕਿਉਂ ਆਈਏ ਥਾਏ। ਜਦੋਂ ਸੇਵਕ ਦੇ ਬਾਸੋਂ ਪਤਾ ਲੱਗਿਆ ਵੀ ਬਾਬਾ ਬੁੱਢਾ ਜੀ ਨੇ ਤਾਂ ਇਹ ਬਚਨ ਕਹਤੇ ਆਪਣੀ ਰਸਨਾ ਤੋਂ
ਸੁਣ ਕਰਕੇ ਮਾਤਾ ਗੰਗਾ ਜੀ ਬੜੇ ਉਦਾਸ ਹੋ ਕੇ ਵੀ ਮੈਂ ਤਾਂ ਵਰਦਾਨ ਲੈਣ ਵਾਸਤੇ ਆਈ ਸੀ, ਪਰ ਬਾਬਾ ਬੁੱਢਾ ਜੀ ਨੇ ਕਿਹੋ ਬਚਨ ਆਪਣੀ ਰਸਨਾ ਤੋਂ ਕਰ ਦਿੱਤੇ ਹਨ। ਪਰ ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮਝਾਇਆ ਵੀ ਜਿਹੜੇ ਨਾ ਇਹ ਵੱਡੇ ਪੁਰਖ ਰੱਬ ਦੇ ਪਿਆਰੇ ਮਹਾਂਪੁਰਖ, ਇਹ ਕੋਈ ਪਦਾਰਥਾਂ ਦੇ ਨਾਲ ਪ੍ਰਸੰਨ ਨਹੀਂ ਹੋਇਆ ਕਰਦੇ ਹਨ। ਉਹ ਹੈ ਜੱਟ ਸਿੱਖ ਜੇ ਵਰ ਪ੍ਰਾਪਤ ਕਰਨੇ ਹਨ, ਫਿਰ ਉਹਨਾਂ ਦੇ ਲਈ ਆਪ ਮਿੱਸੇ ਪ੍ਰਸਾਦੇ ਬਣਾਓ। ਇਸੇ ਤਰ੍ਹਾਂ ਮਾਤਾ ਜੀ ਨੇ ਚਾਟੀ ਜਿਹੜੀ ਗਾੜੀ ਲੱਸੀ ਦੇ ਨਾਲ ਭਰ ਲਈ। ਇਹ ਸੇਵਾ ਮਾਤਾ ਗੰਗਾ ਜੀ ਨੇ ਆਪਣੇ ਹੱਥੀਂ ਸਾਰੀ ਕੀਤੀ ਸੀ। ਮਹਾਰਾਜ ਨੇ ਬਾਬਾ ਬੁੱਢਾ ਜੀ ਦਾ ਮਾਨਵ ਪ੍ਰੇਰਤਾ ਉਸ ਦਿਨ ਕੋਈ ਵੀ ਭੋਜਨ ਪਾਣੀ ਨਹੀਂ ਛਕਿਆ ਸੀ। ਅੱਜ ਮਾਤਾ ਗੰਗਾ ਜੀ ਇਹ ਸੇਵਾ ਦਾ ਫਲ ਹੈ ਜਿਹੜਾ ਪ੍ਰਵਚਨ ਮਹਾਰਾਜ ਦੇ ਆਪਾਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਸੁਣਦੇ ਹਾਂ। 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਜਾਗੇ, ਫਿਰ ਮੋਟੇ ਮੋਟੇ ਜਿਹੜੇ ਮਿੱਸੇ ਪ੍ਰਸਾਦੇ ਆਪ ਤਿਆਰ ਕੀਤੇ ਸੀ। ਦਿਨ ਚੜ੍ਹਦੇ ਨੂੰ ਸੀ ਦੇ ਉੱਪਰ ਮਾਤਾ ਜੀ ਨੇ ਬਹੁਤ ਵੱਡੀ ਜਿਹੜੀ ਚਾਟੀ ਲੱਸੀ ਦੀ ਰੱਖੀ ਹੋਈ ਹੈ, ਔਰ ਇਸ ਹੱਥ ਦੇ ਵਿੱਚ ਪ੍ਰਸ਼ਾਦੇ ਪਕੜੇ ਹੋਏ ਹਨ। ਚਲਦਿਆਂ ਚਲਦਿਆਂ ਜਦੋਂ ਬਾਬਾ ਬੁੱਢਾ ਜੀ ਦੀ ਭੀੜ ਦੇ ਵਿੱਚ ਪਹੁੰਚੇ, ਉਸ ਸਮੇਂ ਇਤਿਹਾਸ ਦੇ ਵਿੱਚ ਆਉਂਦੀ ਹੈ ਵਿਚਾਰ ਦੇਖਣ ਸਾਰ ਬਾਬਾ ਬੁੱਢਾ ਜੀ ਆਪ ਮਾਤਾ ਜੀ ਦੇ ਪਾਸ ਚੱਲ ਕੇ ਆਏ। ਪਹਿਲਾਂ ਚਰਨਾਂ 'ਤੇ ਨਮਸਕਾਰ ਕੀਤੀ ਬਾਬਾ ਬੁੱਢਾ ਜੀ ਨੇ। ਕਹਿਣ ਲੱਗੇ ਵੀ ਭੁੱਖੇ ਪੁੱਤਰਾਂ ਦੀ ਸਾਰ ਮਾਂ ਤੋਂ ਬਗੈਰ ਕਿਹਨੇ ਲੈਣੀ ਹੈ। ਉਸ ਸਮੇਂ ਮਾਤਾ ਗੰਗਾ ਜੀ ਨੇ ਜਿਹੜੇ ਘਿਓ ਦੇ ਨਾਲ ਚੋਪੜੇ ਹੋਏ ਮੋਟੇ ਮੋਟੇ ਮਿੱਸੇ ਪ੍ਰਸਾਦੇ ਸਾਹਮਣੇ ਰੱਖੇ ਸਨ, ਔਰ ਜਿਹੜੀ ਹੈ ਚਾਟੀ ਲੱਸੀ ਦੀ ਭਰੀ ਹੋਈ ਉਹ ਵੀ ਸਾਹਮਣੇ ਟਿਕਾ ਦਿੱਤੀ। ਬਾਬਾ ਬੁੱਢਾ ਜੀ ਜਦੋਂ ਹੁਣ ਪ੍ਰਸ਼ਾਦਾ ਛਕਣ ਲੱਗੇ ਸਨ, ਬਾਤਰ ਦੇ ਵਿੱਚੋਂ ਗੰਢਾ ਲੈ ਕਰਕੇ ਬਾਬਾ ਬੁੱਢਾ ਜੀ ਜਦੋਂ ਭੰਨਣ ਲੱਗੇ ਸਨ, ਕੁਦਰਤੀ ਤੌਰ 'ਤੇ ਉਸ ਵਕਤ ਚਾਰੇ ਪਾਸੇ ਬੜਾ ਜਿਹੜਾ ਸ਼ਾਂਤ ਵਾਤਾਵਰਨ ਛਾ ਗਿਆ ਸੀ। ਇਹ ਸੇਵਾ ਨੂੰ ਦੇ ਕਰਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮਾਤਾ ਜੀ ਇਹੋ ਜਿਹਾ ਤੇਰੇ ਘਰ ਦੇ ਵਿੱਚ ਮਹਾ ਤੇਜ ਪ੍ਰਤਾਪੀ ਮੇਰੀ ਔਰ ਮੇਰੀ ਪੀਰੀ ਦਾ ਮਾਲਕ ਅਵਤਾਰ ਧਾਰਨ ਕਰੂ। ਉਹ ਦੇਖ ਲਾ ਜਿਵੇਂ ਚਾਰੇ ਪਾਸੇ ਬਹੁਤ ਸ਼ਾਂਤੀਪੂਰਵਕ ਮਾਹੌਲ ਬਣ ਚੁੱਕਿਆ ਵੀ ਉਹਨਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਜਗ ਆਸੂਆਂ ਦੇ ਮਨ ਦੇ ਅੰਦਰ ਸ਼ਾਂਤੀ ਠੰਡ ਪੈਦਾ ਹੋ ਜਾਇਆ ਕਰੂਗੀ, ਔਰ ਮਜ਼ਲੂਮਾਂ ਯਤੀਮਾਂ ਦੀ ਜਿਨ੍ਹਾਂ ਨੇ ਬੜੀ ਆਪਣੇ ਵੱਲੋਂ ਰੱਖਿਆ ਕਰਨੀ ਹੈ। ਜਦੋਂ ਬਾਬਾ ਬੁੱਢਾ ਜੀ ਨੇ ਫਿਰ ਆਪਣੇ ਹੱਥ ਦੇ ਨਾਲ ਬਹੁਤ ਵੱਡਾ ਮੋਟਾ ਗੰਢਾ ਭੰਨਿਆ, ਉਸੇ ਬਾਤ ਆਕਾਸ਼ ਦੇ ਵਿੱਚ ਬੱਦਲ ਗਰਜੇ, ਚਾਰੇ ਪਾਸੇ ਬਿਜਲੀ ਜਿਹੜੀ ਲਿਸ਼ਕਣ ਲੱਗ ਪਈ ਹੈ। ਜਿਵੇਂ ਜਿਵੇਂ ਬਾਬਾ ਬੁੱਢਾ ਜੀ ਆਪਣੇ ਮੁਖ ਦੇ ਵਿੱਚ ਉਹਨਾਂ ਮਿੱਸੇ ਪ੍ਰਸਾਦੇ ਦੀਆਂ ਗਰਾਈਆਂ ਪਾਉਣ ਲੱਗੇ ਸਨ, ਨਾਲ ਦੀ ਨਾਲ ਬੜੇ ਵਰਦਾਨ ਵੀ ਬਖਸ਼ੀ ਜਾਂਦੇ ਹਨ। ਕਹਿਣ ਲੱਗੇ, ਮਾਤਾ ਆ ਦੇਖ ਲੈ ਜਿਵੇਂ
ਔਕਾਤ ਦੇ ਵਿੱਚ ਬੱਦਲ ਗਰਜਣ ਲੱਗ ਪਏ ਹਨ। ਇਸੇ ਤਰ੍ਹਾਂ ਤੇਰੇ ਲਾਲ ਨੇ ਨਗਾਰੇ ਵਜਾਉਣੇ ਹਨ। ਜਿਸ ਤਰ੍ਹਾਂ ਔਕਾਤ ਦੇ ਵਿੱਚ ਬਿਜਲੀ ਲਿਸ਼ਕਣ ਲੱਗ ਪਈ ਹੈ, ਇਸੇ ਤਰ੍ਹਾਂ ਤੇਰੇ ਸਾਹਿਬਜ਼ਾਦੇ ਨੇ ਬਹੁਤ ਵੱਡੇ ਵੱਡੇ ਯੁੱਧ ਕਰਦਿਆਂ ਹੋਇਆਂ ਉਹ ਬੈਰੀਆਂ ਤੁਰਕਾਂ ਦਾ ਨਾਸ਼ ਕਰਨ ਦੇ ਲਈ ਫੌਲਾਦੀ ਲੋਹੇ ਦੀਆਂ ਤਲਵਾਰਾਂ ਵੀ ਚਮਕਾਉਣੀਆਂ ਹਨ। ਜਦੋਂ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕ ਲਿਆ, ਉਸ ਸਮੇਂ ਅਕਾਲ ਦੇ ਵਿੱਚੋਂ ਨਿੱਕੀ ਨਿੱਕੀ ਕਣੀ ਦੀ ਜਿਹੜੀ ਬੂੰਦਾਬਾਂਦੀ ਹੋਣ ਲੱਗ ਪਈ ਸੀ। ਦਇਆ ਕਰਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਆ ਦੇਖੋ ਜਿਵੇਂ ਅਕਾਲ ਦੇ ਵਿੱਚੋਂ ਨਿੱਕੀ ਨਿੱਕੀ ਕਣੀ ਦਾ ਜਿਹੜਾ ਮੀਂਹ ਪੈਣ ਲੱਗ ਪਿਆ। ਵੀ ਇਸੇ ਤਰ੍ਹਾਂ ਤੇਰੇ ਲਾਲ ਨੇ ਸੰਗਤਾਂ ਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ ਕਰਕੇ ਉਹਨਾਂ ਦੇ ਮਨਾਂ ਦੇ ਅੰਦਰ ਬੜੀ ਜਿਹੜੀ ਠੰਡ ਪੈਦਾ ਕਰਨੀ ਹੈ। ਬਾਬਾ ਬੁੱਢਾ ਜੀ ਨੇ ਸੇਵਾ 'ਤੇ ਹੋ ਕਰਕੇ ਪ੍ਰਸੰਨ ਮਾਤਾ ਗੰਗਾ ਜੀ ਨੂੰ ਬੜੇ ਜਿਹੜੇ ਵਰਦਾਨ ਆਪਣੀ ਰਸਨਾ ਤੋਂ ਬਖਸ਼ੇ ਸਨ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਕਈ ਕਾਰਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਥੋੜ੍ਹਾ ਜਿਹੜਾ ਟਾਈਮ ਜਿੱਥੇ ਹੈ ਗੁਰੂ ਕੀ ਬਡਾਲੀ ਉਸ ਨਗਰ ਦੇ ਵਿੱਚ ਬਤੀਤ ਕੀਤਾ ਸੀ। ਇੱਥੋਂ ਦੇ ਰਹਿਣ ਵਾਲਾ ਜਿਹੜਾ ਨੰਬਰਦਾਰ, ਉਹਨੇ ਆਪਣੀ ਜਿਹੜੀ ਹਵੇਲੀ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਤੀ, ਜਿਸ ਥਾਂ 'ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਅਵਤਾਰ ਧਾਰਨ ਕੀਤਾ। ਜਦੋਂ ਇਹ ਖਬਰ ਜਾ ਕਰਕੇ ਸੇਵਕ ਨੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਦਸੀ, ਗਰੀਬ ਨਵਾਜ ਆਪ ਦੇ ਮਹਿਲਾਂ 'ਚ ਸਾਹਿਬਜ਼ਾਦੇ ਨੇ ਅਵਤਾਰ ਧਾਰਨ ਕਰ ਲਿਆ। ਉਸ ਸਮੇਂ ਮਹਾਰਾਜ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਆਪਣੇ ਵੱਲੋਂ ਕੋਟਾਨ ਕੋਟ ਸ਼ੁਕਰਾਨਾ ਕਰਨ ਵਾਸਤੇ ਤੁਰਕੀ ਬਾਣੀ ਦੇ ਸ਼ਬਦ ਵੀ ਉਚਾਰਨ ਕੀਤੇ ਸੀ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜਿਹੜੇ ਪ੍ਰਵਚਨ ਬਾਬਾ ਬੁੱਢਾ ਜੀ ਨੇ ਪਹਿਲਾਂ ਹੀ ਕਿਤਨਾ ਟਾਈਮ ਕਰ ਦਿੱਤਾ ਸੀ, ਬਦੀ ਬੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬਾਂਦਾ ਵਾਲੀ। ਕਿਤਨਾ ਜਿਹੜਾ ਵੱਡਾ ਪਰਿਵਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵਧਿਆ ਸੀ। 5 ਸਾਹਿਬਜ਼ਾਦੇ ਆਪਦੇ ਮਹਿਲਾਂ ਦੇ ਵਿੱਚ ਪ੍ਰਗਟ ਹੋਏ ਸਨ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਟਲ ਰਾਏ, ਬਾਬਾ ਅਣੀ ਰਾਏ ਜੀ ਸਾਰਿਆਂ ਤੋਂ ਛੋਟੇ ਸਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਸੇ ਤਰ੍ਹਾਂ ਬੀਬੀ ਵੀਰੋ ਜੀ, ਉਹ ਵੀ ਸਤਿਗੁਰੂ ਜੀ ਦੇ ਮਹਿਲਾਂ 'ਚ ਪ੍ਰਗਟ ਹੋਏ ਸੀ। ਬਦੀ ਬੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਿਹੜਾ ਸੀ ਹਿੰਦੁਸਤਾਨ ਦਾ ਮਾਲਕ ਬਣਿਆ ਹੋਇਆ ਬਾਦਸ਼ਾਹ ਸਾਂਝਾ, ਉਹਦੇ ਨਾਲ 4 ਜਿਹੜੇ ਵੱਡੇ ਵੱਡੇ ਜੰਗ ਕੀਤੇ ਸਨ। ਪਰ ਇਹਨਾਂ ਯੁੱਧਾਂ ਦੀ ਜਿਹੜੀ ਸਮਾਪਤੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਕਰੀਬਨ 8 ਕੁ ਪਹਿਰਾਂ ਦੇ ਅੰਦਰ ਅੰਦਰ ਹੀ ਕਰ ਦਿੰਦੇ। ਫੌਜ ਚਾਹੇ ਥੋੜ੍ਹੀ ਹੈ ਚਾਹੇ ਬਹੁਤੀ ਹੈ। ਪਹਿਲੇ ਜੰਗ 'ਚ 7,000,
ਉਹ ਤੋਂ ਬਾਅਦ 15,000 ਜਿਹੜਾ ਚੌਥਾ ਜੰਗ ਕਰਤਾਰਪੁਰ ਦੇ ਵਿੱਚ ਹੋਇਆ, ਉੱਥੇ ਤਾਂ ਫਿਰ ਤਕਰੀਬਨ ਲੱਖਾਂ ਦੀ ਗਿਣਤੀ 'ਚ ਸ਼ਾਹੀ ਸੈਨਾ ਚੜ੍ਹ ਕੇ ਆਈ। ਉਹ ਵੀ ਜੰਗ ਮਹਾਰਾਣੇ 8 ਪਹਿਰਾਂ ਦੇ ਅੰਦਰ ਅੰਦਰ ਹੀ ਸਮਾਪਤ ਕਰ ਦਿੱਤਾ ਸੀ, ਜਿੱਥੇ ਸਤਿਗੁਰੂ ਜੀ ਨੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਅਵਤਾਰ ਧਾਰਨ ਕੀਤਾ। ਉੱਥੇ ਮਹਾਰਾਜ ਨੇ 2 ਜਿਹੜੀਆਂ ਤਲਵਾਰਾਂ ਵੀ ਧਾਰਨ ਕੀਤੀਆਂ, ਇੱਕ ਮੇਰੀ ਦੀ ਤੇ ਦੂਜੀ ਹੈ ਪੀਰੀ ਦੀ। ਆਪਣੇ ਗੁਰ ਸਿੱਖਾਂ ਦੇ ਅੰਦਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਿੱਥੇ ਹੈ ਨਾ ਪਹਿਲਾਂ ਤੋਂ ਸ਼ਾਂਤ ਰਸ ਚਲਿਆ ਆਉਂਦਾ ਸੀ, ਸਮੇਂ ਦੀ ਨਜਾਗਤ ਨੂੰ ਮੁਕਰਾਦਿਆਂ ਹੋਏ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਗੁਰ ਸਿੱਖਾਂ ਦੇ ਅੰਦਰ ਜਿਹੜਾ ਹੈ ਬੀਰ ਰਸ ਪੈਦਾ ਕਰ ਦਿੱਤਾ। ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਹੁਤ ਵੱਡੀ ਮਹਾਨ ਸ਼ਹਾਦਤ ਹੋਈ, ਇਹ ਦੇ ਕਰਕੇ ਜਿਹੜੇ ਗੁਰਸਿੱਖਾਂ ਦੇ ਮਨ ਦੇ ਅੰਦਰ ਬੜੇ ਜੋਸ਼ ਪੈਦਾ ਹੋ ਗਏ ਸੀ ਵੀ ਦੇਖੋ ਇਹ ਜਿਹੜੀਆਂ ਸਰਕਾਰਾਂ ਕਿਵੇਂ ਗਰੀਬਾਂ ਯਤੀਮਾਂ ਮਜ਼ਲੂਮਾਂ ਦੇ ਨਾਲ ਬੜਾ ਧੱਕਾ ਕਰਨ ਲੱਗ ਪਈਆਂ ਹਨ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਇਹ ਹੁਕਮ ਵੀ ਵਿਸ਼ੇਸ਼ ਤੌਰ 'ਤੇ ਕੀਤਾ ਸੀ ਵੀ ਜਿਹੜਾ ਪ੍ਰੇਮੀ ਸਾਡੇ ਵਾਸਤੇ ਬੜਾ ਬੇਕੀਮਤੀ ਘੋੜਾ ਜਾਂ ਸਾਤਰ ਲੈ ਕੇ ਆਊ, ਉਹਦੇ ਉੱਪਰ ਜਿਹੜੀ ਸਤਿਗੁਰੂ ਜੀ ਦੀ ਵਿਸ਼ੇਸ਼ ਤੌਰ 'ਤੇ ਪ੍ਰਸੰਨਤਾ ਹੋਏਗੀ। ਹੁਣ ਸੁਣ ਕਰਕੇ ਗੁਰਮੁਖਾਂ ਨੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਮਹਿੰਗੇ ਫੌਲਾਦੀ ਲੋਹੇ ਦੇ ਸਾਤਰ ਲੱਖਾਂ ਔਰ ਰੁਪਈਆਂ ਦੇ ਜਿਹੜੇ ਘੋੜੇ ਵੀ ਲਿਆ ਕਰਕੇ ਭੇਟਾ ਕਰਨੇ ਸ਼ੁਰੂ ਕਰ ਦਿੱਤੇ ਸਨ। ਸੋ ਅੱਜ ਦੇ ਦਿਨ ਗੁਰੂ ਕੀ ਵਡਾਲੀ ਉੱਥੇ ਮਹਾਰਾਜ ਦੇ ਸਥਾਨ 'ਤੇ ਬੜਾ ਸੁੰਦਰ ਇੱਕ ਥੱਲੜੇ ਪਾਸੇ ਭੋਰਾ ਸਾਹਿਬ ਵੀ ਬਣਿਆ ਹੋਇਆ। ਦੇਸ਼ਾਂ ਵਿਦੇਸ਼ਾਂ 'ਚੋਂ ਜਾ ਕਰਕੇ ਪ੍ਰੇਮੀ ਉਸ ਧਰਤੀ ਨੂੰ ਜਾ ਕਰਕੇ ਨਤਮਸਤਕ ਹੁੰਦੇ ਹਨ, ਜਿੱਥੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਅਵਤਾਰ ਧਾਰਨ ਕੀਤਾ ਸੀ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ ਲੱਖ ਮੁਬਾਰਕਾਂ, ਲੱਖ ਖੁਸ਼ੀਆਂ। ਜਿਨ੍ਹਾਂ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬੜੇ ਪਿਆਰ ਦੇ ਨਾਲ ਕੀਤੀ ਨਾ ਸੇਵਾ, ਉਹਨਾਂ ਨੇ ਵੀ ਬੜੀਆਂ ਜਿਹੜੀਆਂ ਇਹੋ ਜਿਹੀਆਂ ਰਹਿਮਤਾਂ ਸਤਿਗੁਰੂ ਜੀ ਦੇ ਚਰਨਾਂ 'ਚੋਂ ਪ੍ਰਾਪਤ ਕੀਤੀਆਂ ਸਨ। ਦੋਵੇਂ ਭਰਾ ਗਨੀ ਖਾਂ ਤੇ ਨਬੀ ਖਾਂ, ਦੇਖੋ ਭਾਵੇਂ ਇਹ ਮੁਸਲਮਾਨ ਘਰਾਣੇ ਦੇ ਵਿੱਚ ਪੈਦਾ ਹੋਏ ਸੀ, ਇਹਨਾਂ ਨੇ ਵੀ ਇਹੋ ਜਿਹੇ ਔਖੇ ਟਾਈਮ 'ਤੇ ਦਸ਼ਮੇਸ਼ ਪਿਤਾ ਦੀ ਸੇਵਾ ਨਿਭਾਈ। ਦੇ ਕਰਕੇ ਸਤਿਗੁਰੂ ਜੀ ਇਹਨਾਂ ਦੇ ਉੱਪਰ ਵੀ ਬੜੇ ਪ੍ਰਸੰਨ ਹੋ ਗਏ ਸਨ। ਭਾਈ ਨਗਾਈਆ ਉਹਨੇ ਵੀ ਦਸ਼ਮੇਸ਼ ਪਿਤਾ ਦੀ ਬੜੀ ਪ੍ਰਸੰਨਤਾ ਹਾਸਲ ਕਰ ਲਈ ਸੀ। ਜਦੋਂ ਚਲਦਿਆਂ ਮਹਾਰਾਜ ਉਸ ਕਿਰਪਾਲ ਦਾਸ ਮਹੰਤ ਦਾ ਜਿਹੜਾ ਸੀ ਅੱਗੇ ਗੱਦੀ ਨਸ਼ੀਨ ਚੇਲਾ, ਉਹਦੇ ਡੇਰੇ ਦੇ ਵਿੱਚ ਪਹੁੰਚ ਗਏ ਸਨ। ਪਹਿਲਾਂ ਤਾਂ ਇਹ ਸੁਣਨ ਅਨੁਸਾਰ ਸਤਿਗੁਰੂ ਜੀ ਦੇ
ਦਰਸ਼ਨ ਕਰਨ ਵਾਸਤੇ ਪਹੁੰਚਿਆ। ਸੋ 5-4 ਮਿੰਟ ਬਾਕੀ ਹੋਰ ਰਹਿੰਦੇ ਹਨ, ਜੋ ਗੁਰੂ ਤੇ ਆਦੀ ਕਥਾ ਨਿਰੰਤਰ ਚੱਲਦੀ ਰਹਿੰਦੀ ਹੈ ਮਹਾਂਪੁਰਖਾਂ ਦੇ ਪਾਵਨ ਸਥਾਨ 'ਤੇ। ਸੋ 4-5 ਮਿੰਟ ਹੋਰ ਕਥਾ ਦਾ ਵੀ ਸਾਰਿਆਂ ਨੇ ਆਨੰਦ ਮਾਣਨਾ ਹੈ। ਜਦੋਂ ਦਸ਼ਮੇਸ਼ ਪਿਤਾ ਦੇ ਆਉਣ ਦਾ ਪਤਾ ਲੱਗਿਆ, ਇਹ ਜਿਹੜਾ ਸਾਧੂ ਕਿਰਪਾਲ ਦਾਸ ਮਾਨ ਦਾ ਚੇਲਾ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਗਿਆ ਸੀ। ਇਤਿਆਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੀਨ ਸਿੰਘ ਅਰ ਦੋਏ ਪਠਾਨ। ਉਸ ਵਕਤ 3 ਸਿੰਘ 2 ਪਠਾਣਾਂ ਨੇ ਸਤਿਗੁਰੂ ਜੀ ਦਾ ਜਿਹੜਾ ਪਲੰਘਾ ਆਪਣੇ ਸਿਰਾਂ ਦੇ ਉੱਪਰ ਚੁੱਕਿਆ ਹੋਇਆ ਸੀ। ਕਹਿਓ ਬਾਕ ਸ਼੍ਰੀ ਗੁਰ ਭਗਵਾਨ। ਭਗਵਾਨ ਦਾ ਰੂਪ ਸਤਿਗੁਰੂ ਜੀ ਨੇ ਜਦੋਂ ਦੇਖਿਆ ਵੀ ਸੂਰਜ ਤਾਂ ਹੁਣ ਛਿਪ ਚੁੱਕਿਆ ਹੈ, ਚਾਰੇ ਪਾਸੇ ਬੜਾ ਅੰਧੇਰਾ ਵਧਣ ਲੱਗ ਪਿਆ ਸੀ। ਮਾਨ ਸਿੰਘ ਤੁਮ ਨਿਸਾ ਮਝਾੜਾ। ਕਹਿਣ ਲੱਗੇ ਮਹਾਰਾਜ ਭਾਈ ਮਾਨ ਸਿੰਘ ਵੀ ਰਾਤ ਆਪਾਂ ਨੇ ਕਿਸੇ ਟਿਕਾਣੇ ਤੇ ਜਾ ਕਰਕੇ ਬਤੀਤ ਕਰਨੀ ਹੈ। ਗਈ ਹੁਤੀ ਹਿਤ ਕਰਨ ਆਹਾਰਾ। ਜਦੋਂ ਸਤਿਗੁਰੂ ਜੀ ਨੇ ਮਾਛੀਵਾੜੇ ਦੇ ਬਾਹਰਲੇ ਪਾਸੇ ਜੋ ਮਹਾਰਾਜ ਦਾ ਬੜਾ ਸੁੰਦਰ ਸਥਾਨ ਗੁਰਦੁਆਰਾ ਸ੍ਰੀ ਕਿਰਪਾਨ ਪੇਟ ਸਾਹਿਬ ਬਣਿਆ ਹੋਇਆ, ਉੱਥੋਂ ਉਸ ਥਾਂ 'ਤੇ ਜਦੋਂ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਤੁਰਕਾਂ ਪਠਾਣਾਂ ਦੀ ਕਚਹਿਰੀ 'ਚ ਇਹ ਖਾਣਾ ਖਾਣ ਵਾਸਤੇ ਭੇਜਿਆ ਸੀ। ਤਬ ਹਮ ਤੁਮ ਸੰਗ ਭਾਖਿਓ ਜੈਸੀ। ਮਹਾਰਾਜ ਕਹਿਣ ਲੱਗੇ ਭਾਈ ਮਾਨਸਿਆ ਵੀ ਉਸ ਥਾਂ 'ਤੇ ਤੁਹਾਨੂੰ ਅਸੀਂ ਪਹਿਲਾਂ ਹੀ ਆਪਣੇ ਵੱਲੋਂ ਸਮਝਾ ਕਰਕੇ ਭੇਜਿਆ ਸੀ। ਹੈ ਕਿ ਨਹੀਂ ਮਨ ਸਿਮਰਨ ਤੈਸੀ। ਵੀ ਥੋੜਾ ਜਿਹਾ ਜਿਹੜਾ ਨਾ ਉਹਨਾਂ ਤੁਰਕਾਂ ਮੁਗਲਾਂ ਦਾ ਖਾਣਾ ਆਪਣੇ ਕੱਪੜੇ ਦੇ ਪੱਲੇ ਦੇ ਵਿੱਚ ਬੰਨ੍ਹ ਕੇ ਸਾਡੇ ਪਾਸ ਲਿਆਉਣਾ ਹੈ। ਤਬ ਤਿੰਨ ਹੋ ਕਰ ਜੋਰ ਬਖਾਨਾ। ਕਵੀ ਜੀ ਨੇ ਭਾਵੇਂ ਵਾਰਤਾ ਇਸ ਥਾਂ 'ਤੇ ਆਪਣੇ ਵੱਲੋਂ ਲਿਖੀ ਹੈ, ਪਰ ਜੋ ਨੇ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ, ਉਹਨਾਂ ਨੇ ਜਿੱਥੇ ਹੈ ਲਾਲ ਕਲਾਂ ਇੱਥੇ ਮਹਾਰਾਜ ਨੇ ਬੋਹੜ ਦੇ ਥੱਲੇ ਇੱਕ ਵੱਡਾ ਸਾਰਾ ਤਲਾਬ ਉੱਥੇ ਬਣਿਆ ਹੋਇਆ ਸੀ। ਬੋਹੜ ਦੇ ਥੱਲੇ 2 ਕੁ ਪੈਰ ਕੱਟੇ, ਉੱਥੇ ਮਹਾਰਾਜ ਨੇ ਭੋਜਨ ਦੀ ਮੰਗ ਕੀਤੀ, ਪਰ ਕਵੀ ਜੀ ਨੇ ਆਪਣੇ ਵੱਲੋਂ ਇਸ ਥਾਂ 'ਤੇ ਜ਼ਿਕਰ ਕੀਤਾ ਹੈ। ਹੁਕਮ ਮਾਨ ਪਾਲੇ ਬੰਦ ਆਨਾ। ਮਹਾਰਾਜ ਪੁੱਛਣ ਲੱਗੇ ਭਾਈ ਮਾਨ ਸਿੰਘ ਵੀ ਤੁਸੀਂ ਕੁਝ ਨਾ ਕੁਝ ਖਾਣਾ ਆਪਣੇ ਪੱਲੇ ਦੇ ਵਿੱਚ ਬੰਨ੍ਹ ਕਰਕੇ ਲਿਆਂਦਾ ਜਾਂ ਨਹੀਂ ਲਿਆਂਦਾ? ਅਸੀਂ ਤੁਹਾਨੂੰ ਪਹਿਲਾਂ ਹੀ ਹੁਕਮ ਕਰਕੇ ਭੇਜਿਆ ਸੀ। ਸਿਮਰਨ ਰਾਬਰ ਕਰਿਓ ਨਾ ਕੋਈ। ਇਹ ਸੁਣ ਕੇ ਭਾਈ ਮਾਨ ਸਿੰਘ ਜੀ ਕਹਿਣ ਲੱਗੇ ਮਹਾਰਾਜ ਵੀ ਹੁਣ ਤੱਕ ਤਾਂ ਆਪਣੇ ਸਾਡੇ ਪਾਸੋਂ ਉਸ ਖਾਣੇ ਦੀ ਕੋਈ ਮੰਗ ਨਹੀਂ ਕੀਤੀ ਹੈ। ਬੰਦਿਓ ਰਹਿਓ ਅਬ ਲਓ ਤਿਮ ਸੋਈ। ਅਸੀਂ ਤਾਂ ਤੁਰਕਾਂ ਮੁਗਲਾਂ ਮੁਸਲਮਾਨਾਂ ਦਾ ਜਿਹੜਾ ਖਾਣਾ ਆਪਣੇ ਬਸਤਰ ਦੇ ਪੱਲੇ ਦੇ ਨਾਲ ਉਸੇ ਤਰ੍ਹਾਂ ਬੰਨ੍ਹ ਕਰਕੇ ਰੱਖਿਆ ਹੋਇਆ। ਹਮ ਤਿੰਨੋਂ ਨੇ ਬੰਦਿਓ ਪਾਲੀ। ਥੋੜਾ ਥੋੜਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਇਹਨਾਂ ਨੇ ਆਪਣੇ ਕੱਪੜੇ ਦੇ ਪੱਲੇ ਦੇ ਨਾਲ ਜੋ ਵੀ ਬੰਨ੍ਹ ਕਰਕੇ ਲਿਆਂਦਾ ਸੀ। ਹੁਕਮ ਹੋਈ ਤੋ ਦੇਹ ਦਿਖਾਲੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਪਦੀ ਆਗਿਆ ਅਸੀਂ ਖੋਲ ਕੇ ਹੁਣੇ ਆਪ ਨੂੰ ਸਾਹਮਣੇ ਦਿਖਾ ਦਿੰਦੇ ਆ। ਸੁਣ ਕੇ ਸ਼੍ਰੀ ਮੁਖ ਤੇ ਫਰਮਾਈ। ਸੁਣ ਕਰਕੇ ਦਸ਼ਮੇਸ਼ ਪਿਤਾ ਨੇ ਬਚਨ ਕੀਤਾ ਸੀ, ਅਬ ਸਭ ਹੀ ਕੋ ਦੇਹੋ ਦਿਖਾਈ। ਭਾਈ ਜੋ ਵੀ ਤੁਰਕਾਂ
ਮੁਗਲਾ ਪਠਾਣਾ ਦਾ ਖਾਣਾ ਕੱਪੜੇ ਦੇ ਵਿੱਚ ਬੰਨਿਆ ਹੋਇਆ ਸਾਨੂੰ ਸਾਹਮਣੇ ਲਿਆ ਕਰਕੇ ਦਿਖਾਉਣਾ ਕਰੋ। ਕਿਆ ਤੁਮ ਖਾਇਓ ਜਾਣਿਓ ਜਾਈ। ਪਤਾ ਲੱਗ ਜੂ ਵੀ ਤੁਸੀਂ ਤੁਰਕਾ ਮੁਗਲਾਂ ਦੀ ਕਚਹਿਰੀ ਦੇ ਵਿੱਚ ਜਾ ਕਰਕੇ ਕਿਹੋ ਜਿਹਾ ਖਾਣਾ ਖਾਧਾ ਸੀ। ਸੰਸੇ ਤੁਮਰੇ ਔਰ ਬਿਨ ਸਾਈ। ਤੁਹਾਡੇ ਜਿਹੜੇ ਅੰਦਰਲੇ ਸੰਸੇ ਵੀ ਹੋਣ ਸਾਰੇ ਦੂਰ ਹੋ ਜਾਣੇ ਹਨ। ਤਬ ਤੀਨੋਂ ਖੋਲਣ ਕਰ ਪਾਲੀ। ਜਦੋਂ ਤਿੰਨਾਂ ਸਿੰਘਾਂ ਨੇ ਉਹ ਜਿਹੜਾ ਬਣਿਆ ਹੋਇਆ ਭੋਜਨ ਆਪਣੇ ਪੱਲੇ ਦੇ ਨਾਲੋਂ ਖੋਲ ਕਰਕੇ ਸਤਿਗੁਰੂ ਜੀ ਨੂੰ ਸਾਹਮਣੇ ਦਿਖਾਇਆ ਸੀ। ਧਰ ਕਰ ਤਲ ਪੈ ਸਭਨ ਦਿਖਾਲੀ। ਆਪਣੀਆਂ ਹੱਥਾਂ ਦੀਆਂ ਤਲੀਆਂ ਤੇ ਰੱਖ ਕਰਕੇ ਉਹ ਭੋਜਨ ਮਹਾਰਾਜ ਦੇ ਸਾਹਮਣੇ ਕਰ ਦਿੱਤਾ ਸੀ। ਸਵਾਦ ਤੇ ਹਾਵਲ ਨਿਸ ਮਹਿ ਖਾਈ। ਜਦੋਂ ਰਾਤ ਦੇ ਮੌਕੇ ਛਕਿਆ ਵੀ ਤਾਂ ਇਉਂ ਲੱਗਦਾ ਜਿਸ ਤਰ੍ਹਾਂ ਤਾਜ਼ਾ ਕੜਾਹ ਪ੍ਰਸ਼ਾਦ ਬਣਿਆ ਹੁੰਦਾ ਹੈ। ਅਬ ਪਰਖੋ ਤਿਸ ਮਹਤੀ ਲਿਆਈ। ਸਤਿਗੁਰੂ ਜੀ ਕਹਿਣ ਲੱਗੇ ਵੀ ਪਰਖ ਲਓ ਸਾਹਮਣੇ ਉੱਥੇ ਤੁਸੀਂ ਕਿਹੋ ਜਿਹਾ ਜਾ ਕਰਕੇ ਖਾਣਾ ਖਾਧਾ ਸੀ। ਹੀਰ ਸਰਬ ਹੀ ਕਹਿ ਕਰਾਹੂ। ਦੇ ਕਰਕੇ ਖਾਲਸੇ ਨੇ ਬੇਨਤੀ ਕੀਤੀ ਮਹਾਰਾਜ ਇਹ ਤਾਂ ਹੁਣ ਤਾਜ਼ਾ ਜਿਵੇਂ ਕੜਾਹ ਪ੍ਰਸ਼ਾਦ ਹੁੰਦਾ ਹੈ ਉਸੇ ਤਰ੍ਹਾਂ ਦਾ ਭੋਜਨ ਬਣਿਆ ਹੋਇਆ ਹੈ। ਸੰਸੇ ਕਹਾਂ ਕਰੋ ਇਸ ਮਾਹੋ। ਤਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਫਿਰ ਸੰਸੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਨਾ ਹੋ ਸਕਦੀ ਹੈ। ਸ਼੍ਰੀ ਗੁਰ ਅਰ ਨਰ ਸਾਧ ਉਦਾਸੀ। ਉਹ ਸਮੇਂ ਜਿਹੜੇ ਬਹੁਤ ਸਾਰੇ ਉਦਾਸੀ ਸਾਧ ਇਕੱਠੇ ਹੋ ਕੇ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਵਾਸਤੇ ਆਏ ਸੀ। ਦੇਖਤ ਸੰਸਾ ਕੀਨ ਬਿਨਾਸ਼ੀ। ਆਲੇ ਦੁਆਲੇ ਤੋਂ ਬਹੁਤ ਸਾਰੀਆਂ ਸੰਗਤਾਂ ਵੀ ਚੱਲ ਕਰਕੇ ਇਸ ਡੇਰੇ ਦੇ ਵਿੱਚ ਪਹੁੰਚ ਗਈਆਂ ਸਨ। ਨਬੀ ਗਨੀ ਖਾਂ ਕੋ ਤਿਸ ਕਾਲਾ। ਉਸ ਸਮੇਂ ਮਹਾਰਾਜ ਆਪਣੀ ਮੌਤ ਦੇ ਵਿੱਚ ਆ ਕੇ ਗਨੀ ਖਾਂ ਤੇ ਨਬੀ ਖਾਂ ਦੋਵੇਂ ਭਰਾਵਾਂ ਨੂੰ ਮਹਾਰਾਜ ਫਿਰ ਕਹਿਣ ਲੱਗੇ ਸੀ। ਲਖ ਕਰ ਸੇਬ ਪ੍ਰਸੰਨ ਵਿਸਾਲਾ। ਦੋਵੇਂ ਭਰਾਵਾਂ ਦੀ ਬਹੁਤ ਵੱਡੀ ਨਾ ਦੇ ਕਰਕੇ ਮਹਾਨ ਸੇਵਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਇਹਨਾਂ 'ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਚੁੱਕੇ ਸਨ। ਹੁਣ ਜਿਸ ਪ੍ਰਕਾਰ ਦੀਨ ਦੁਨੀਆ ਦੇ ਮਾਲਕ ਨੇ ਦੋਵਾਂ ਭਰਾਵਾਂ ਨੂੰ ਆਪਣੇ ਵੱਲੋਂ ਛੁੱਟੀ ਬਖਸ਼ਣੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਨਬੀ ਗਨੀ ਖਾਂ ਕੋ ਤਿਸ ਕਾਲਾ। ਲਖ ਕਰ ਸੇਵ ਪ੍ਰਸੰਨ ਵਿਸਾਲਾ। ਨਬੀ ਗਨੀ ਖਾਂ ਕੋ ਤਿਸ ਕਾਲਾ। ਲਖ ਕਰ ਸੇਵ ਪ੍ਰਸੰਨ ਵਿਸਾਲਾ। ਚੌਥੇ ਪਾਰ ਬ੍ਰਹਮਾ ਅਵਨਾਸੀ ਅਗ ਅਗਨਾਸ।